ਸਾਧ ਸੰਗਤ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਤੱਕ ਸੰਗਤ ਇਕੱਤਰ ਹੁੰਦੀ ਆ ਆਪਾਂ ਅੱਜ ਦੇ ਦਿਨ ਦੇ ਪ੍ਰਤੀ ਕੁਝ ਵਿਚਾਰਾਂ ਇਸ ਦਿਨ ਨੂੰ ਔਰ ਇਸ ਦਿਨ ਦੀ ਅਹਿਮੀਅਤ ਨੂੰ ਸਮਝਣ ਵਾਸਤੇ ਕੁਝ ਉਸ ਪੁਰਾਤਨ ਸਮੇਂ ਦੇ ਇਤਿਹਾਸ ਵੱਲ ਥੋੜ੍ਹੀ ਜਿਹੀ ਹਲਕੀ ਝਾਤ ਮਾਰਦੇ ਹਾਂ। ਜਦੋਂ ਦਾ ਖਾਲਸਾ ਪੰਥ ਪ੍ਰਕਾਸ਼ਮਾਨ ਹੋਇਆ ਇਸ ਧਰਤੀ ਦੇ ਉੱਤੇ ਔਰ ਖਾਲਸੇ ਦਾ ਜੀਵਨ ਸੰਘਰਸ਼ਮਈ ਹੈ ਤੇ ਗੁਰੂ ਸਾਹਿਬ ਨੇ ਤਾਂ ਸਿੱਖਾਂ ਨੂੰ ਸਿਧਾਂਤ ਵੀ ਇਹੀ ਦਿੱਤਾ ਕਿ ਖਾਲਸਾ ਸੋਈ ਕਰੇ ਨਿਤ ਜੰਗ। ਉਹ ਜੰਗ ਦੇ ਅਨੇਕਾਂ ਰੂਪ ਹੋ ਸਕਦੇ ਆ, ਪਰ ਖਾਲਸੇ ਦੇ ਇਸ ਸੰਘਰਸ਼ ਦੇ ਵਿੱਚੋਂ ਅੱਜ ਆਪਾਂ ਉਸ ਦੌਰ ਦੀ ਗੱਲ ਕਰਦੇ ਹਾਂ ਜਦੋਂ ਅਖੌਤੀ ਰੂਪ ਦੇ ਵਿੱਚ ਇਹ ਕਿਹਾ ਜਾਂਦਾ, ਬਹੁਤ ਸਾਰੇ ਲੋਕ ਮੰਨਦੇ ਆ ਵੀ ਸ਼ਾਇਦ ਸਾਨੂੰ ਇੱਕ ਆਜ਼ਾਦੀ ਮਿਲੀ ਸੀ 1947 ਦੇ ਦਹਾਕੇ ਦੇ ਲਾਗੇ ਛਾਗੇ ਦੀਆਂ ਕੁਝ ਗੱਲਾਂ। ਪਰ ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ 1947 ਤੋਂ ਪਿੱਛੋਂ ਸ਼ੁਰੂ ਕਰਨੀ ਚਾਹੁੰਦਾ। ਜਦੋਂ ਚੰਦ ਸਮਾਂ ਪਹਿਲਾਂ ਤੱਕ ਖਾਲਸੇ ਦੇ ਕੋਲ ਆਪ ਦਾ ਰਾਜ ਭਾਗ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਸ ਤੋਂ ਬਾਅਦ ਸਿੱਖਾਂ ਦਾ ਰਾਜ ਕਿੱਦਾਂ ਗਿਆ, ਆਪਣਿਆਂ ਦੀਆਂ ਹੀ ਜਿਹੜੀਆਂ ਮਾੜੀਆਂ ਨੀਤੀਆਂ ਦੇ ਕਰਕੇ, ਆਪਣੇ ਅੰਦਰਲੇ ਜਿਹੜੇ ਸਾਡੇ ਅੰਦਰ ਬੜੇ ਸਾਡੇ ਦੁਸ਼ਮਣ ਆ ਸਾਡੇ ਰੂਪ ਦੇ ਵਿੱਚ ਬੈਠੇ, ਉਹਨਾਂ ਨੇ ਸਾਡੇ ਰਾਜ ਨੂੰ ਕਿੱਦਾਂ ਖੋਰਾ ਲਾਇਆ। ਉਸ ਤੋਂ ਬਾਅਦ 'ਚ ਕਿੱਦਾਂ ਇੱਥੇ ਇਸ ਧਰਤੀ ਦੇ ਉੱਤੇ ਜਿਹੜਾ ਸੀ ਬ੍ਰਿਟਿਸ਼ ਰਾਜ ਸਟੈਬਲਿਸ਼ ਹੋਇਆ। ਤੁਸੀਂ ਦੇਖੋ ਕਿ ਉਹ ਰਾਜ ਜਿਹੜਾ ਗੋਰਿਆਂ ਨੇ ਕੀਤਾ ਉਹ ਜਦੋਂ ਇੰਡੀਆ 'ਚ ਆਉਂਦੇ ਆ, ਅੱਜ ਜਿਹੜਾ ਆਪਾਂ ਇੰਡੀਆ ਦੇਖਦੇ ਹਾਂ, ਇਸ ਇੰਡੀਆ ਦੇ ਉਸ ਖਿੱਤੇ ਦੇ ਵਿੱਚ ਗੋਰੇ ਆ ਜਾਂਦੇ ਆ 100 ਸਾਲ ਪਹਿਲਾਂ। ਪਰ ਆਹ ਜਿਹੜਾ ਪੰਜਾਬ ਜਿੱਥੇ ਆਪਾਂ ਬੈਠੇ ਹਾਂ, ਉਹਨਾਂ ਨੇ ਪੂਰਾ ਇੰਡੀਆ ਲਗਭਗ ਜਿਹੜਾ ਸੀ ਉਹ ਹਥਿਆਲਿਆ ਸੀ, ਉਹਦੇ 'ਤੇ ਕਾਬਜ਼ ਹੋ ਚੁੱਕੇ ਸੀ। ਪਰ ਆਹ ਜਿਹੜਾ ਜਿਸ ਧਰਤੀ 'ਤੇ ਜਿਹਨੂੰ ਅਸੀਂ ਗੁਰੂਆਂ ਦੀ ਧਰਤੀ ਕਹਿੰਦੇ ਆ, ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜਿਹੜੀ ਗੱਲ ਹੁੰਦੀ ਆ, ਇਸ ਧਰਤੀ 'ਤੇ ਰਾਜ ਕਰਨ ਨੂੰ ਉਹਨਾਂ ਨੂੰ 100 ਸਾਲ ਦਾ ਸਮਾਂ ਲੱਗ ਗਿਆ। ਮਤਲਬ ਇੰਡੀਆ 'ਚ ਐਂਟਰ ਹੋਣ ਤੋਂ 100 ਸਾਲ ਬਾਅਦ 'ਚ ਉਹ ਜਾ ਕੇ ਪੰਜਾਬ ਦੇ ਵਿੱਚ ਆਪਣਾ ਪੈਰ ਧਰਾਵਾ ਕੀਤਾ। ਉਸ ਤੋਂ ਬਾਅਦ 'ਚ 100 ਸਾਲ ਉਹ ਇੱਥੇ ਉਹਨਾਂ ਦੇ ਹਿਸਾਬ ਨਾਲ ਰਾਜ ਕਰਕੇ ਗਏ। ਪਰ ਸਿੱਖ 100 ਸਾਲ ਇੱਥੇ ਲੜਿਆ। ਦੋ ਗੱਲਾਂ ਦਾ ਫਰਕ ਸਮਝੋ। ਪੂਰੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਜਦ ਕਿ ਉਦੋਂ ਕੋਈ ਮੁਲਕ ਨਹੀਂ ਸੀਗਾ, ਰਿਆਸਤਾਂ ਸੀ ਵੱਖ-ਵੱਖ ਰਾਜਿਆਂ ਦੀਆਂ, ਉਦੋਂ ਕੋਈ ਇਹਦੀ ਟੈਰੀਟਰੀ ਇੱਦਾਂ ਦੀ ਇੱਕ ਮੁਲਕ ਵਾਲੀ ਨਹੀਂ ਸੀਗੀ। ਪਰ ਉਹ ਖਿੱਤੇ ਜਿਹੜੇ ਅੱਜ ਇੰਡੀਆ ਦੇ ਵਿੱਚ ਗਿਣੇ ਜਾਂਦੇ ਆ, ਅੱਜ ਦੇ ਸੰਦਰਭ ਦੇ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਏਰੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਐਕਸੈਪਟ ਕਰ ਲਿਆ ਸੀ, ਮੰਨ ਗਏ ਸੀ ਵੀ ਅਸੀਂ ਗੁਲਾਮ ਹੈ ਤਾਂ ਅਸੀਂ ਇਹਨਾਂ ਦੇ ਹਿਸਾਬ ਨਾਲ ਤੇ ਇਹਨਾਂ ਦੇ ਜੂਲੇ ਥੱਲੇ ਚੱਲਣਾ, ਔਰ ਚੱਲ ਰਹੇ ਸੀ। ਉਹਨਾਂ ਦੀ ਤਾਕਤ ਹਾਸਲ ਕਰਨ ਤੋਂ ਬਾਅਦ 'ਚ ਵੀ ਪੰਜਾਬ 'ਤੇ ਆਪਣਾ ਪੈਰ ਧਰਾਵਾ ਕਰਨ ਨੂੰ ਗੋਰਿਆਂ ਨੂੰ 100 ਸਾਲ ਦਾ ਸਮਾਂ ਲੱਗਾ। ਪੂਰੇ ਇੰਡੀਆ 'ਤੇ ਉਹਨਾਂ ਨੇ 200 ਸਾਲ ਰਾਜ ਕੀਤਾ, ਪੰਜਾਬ 'ਤੇ ਵਾਹਿਦ 100 ਸਾਲ ਰਾਜ ਕੀਤਾ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਗੋਰੇ ਸਿਰਫ 100 ਸਾਲ ਹੀ ਰਾਜ ਕਰਕੇ ਗਏ। ਇੰਡੀਆ 'ਤੇ 200 ਸਾਲ ਕਰਕੇ ਗਏ ਆ, ਪੰਜਾਬ 'ਤੇ 100 ਸਾਲ ਕਰਕੇ ਗਏ। ਉਹਨਾਂ ਦੇ ਰਾਜ ਨੂੰ ਸਿੱਖਾਂ ਨੇ ਜਾਂ ਪੰਜਾਬੀਆਂ ਨੇ, ਕਿਉਂਕਿ ਇਹ ਸਿੱਖਾਂ ਦੀ ਜਨਮ ਭੂਮੀ ਆ ਤੇ ਇੱਥੇ ਸੰਘਰਸ਼ ਲੜਿਆ ਸਿੱਖਾਂ ਨੇ ਗੋਰਿਆਂ ਦੇ ਖਿਲਾਫ। 100 ਸਾਲ ਉਹਨਾਂ ਦੀ ਗੁਲਾਮੀ ਨੂੰ ਐਕਸੈਪਟ ਨਹੀਂ ਕੀਤਾ, ਪਰ ਉਹਨਾਂ ਦੇ ਖਿਲਾਫ ਲੜੇ ਆ 100 ਸਾਲ। ਲੜਨ ਤੋਂ ਬਾਅਦ 'ਚ ਉਹਨਾਂ ਨੂੰ ਇੱਥੋਂ ਭਜਾਇਆ। ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਸਿਰ 'ਤੇ ਉਹਨਾਂ ਨੂੰ ਇੱਥੋਂ ਕੱਢਿਆ ਪੰਜਾਬ ਦੇ ਵਿੱਚੋਂ। ਇਹਦੀ ਗਵਾਹੀ ਮਿਲਦੀ ਆ, ਇਤਿਹਾਸ ਬੋਲਦਾ, ਸਾਡੇ ਵਿਰੋਧੀ ਵੀ ਬੋਲਦੇ ਆ ਕਿ ਇਸ ਮੁਲਕ 'ਚੋਂ ਗੋਰਿਆਂ ਨੂੰ ਬਾਹਰ ਕੱਢਣ ਲਈ ਕੋਈ 92, ਕੋਈ 95, ਕੋਈ 97% ਕਹਿੰਦਾ ਕਿ ਕੁਰਬਾਨੀਆਂ ਤੇ ਸਿਰ ਸਿੱਖਾਂ ਨੇ ਦਿੱਤੇ ਆ। ਅਸੀਂ 97%, 95% ਜਾਂ ਜਿਹੜੀ ਵੀ ਰੇਸ਼ੋ ਤੁਹਾਡੇ ਮਨ ਨੂੰ ਲੱਗਦੀ ਉਹ ਮੰਨ ਲਓ, ਕੁਰਬਾਨੀਆਂ ਦੇ ਕੇ ਸਾਨੂੰ ਲੱਗਾ ਕਿ ਅਸੀਂ ਇੱਕ ਆਪਣੇ ਸਿਰ 'ਤੇ ਬੈਠਾ, ਸਾਡੇ ਸਿਰ 'ਤੇ ਜਿਹੜਾ ਜੂਲਾ ਸੀਗਾ, ਅਸੀਂ ਉਹਨੂੰ ਆਪਣੇ 'ਚੋਂ ਕੱਢਿਆ, ਗਲ 'ਚੋਂ ਲਾਹਿਆ ਉਹਨੂੰ, ਤੇ ਅਸੀਂ ਇਹਨੂੰ ਆਜ਼ਾਦ ਕਰਾਇਆ ਇਸ ਖਿੱਤੇ ਨੂੰ। ਔਰ ਆਜ਼ਾਦੀ ਤੋਂ ਬਾਅਦ 'ਚ ਜਦੋਂ ਗੱਲਾਂ ਚੱਲੀਆਂ ਰਾਜ ਦੇਣ ਦੀਆਂ ਕਿਹਨਾਂ ਦੇ ਹੱਥ ਦੇ ਵਿੱਚ ਹੋਣੀਆਂ, ਤੇ ਇਹ 3 ਕੌਮੀ ਮੁਲਕ ਬਣਨੇ ਸੀ। ਕੌਮੀ ਮੁਲਕ ਬਣਨੇ ਸੀ ਜਿਹੜੇ ਕੌਮਾਂ ਦੇ ਆਧਾਰ 'ਤੇ, ਨੇਸ਼ਨ ਸਟੇਟ ਜਿਹਨੂੰ ਕਹਿ ਦਿੰਦੇ, ਜਿਹੜੇ ਪੜ੍ਹੇ ਲਿਖੇ ਉਹ ਇਸ ਸ਼ਬਦ ਨੂੰ ਸਮਝਣਗੇ। ਪਿੰਡਾਂ ਵਾਲਿਆਂ ਲਈ ਕੌਮੀ ਲਫ਼ਜ਼ ਵਰਤੇ ਵੀ ਕੌਮੀ ਰਾਜ ਬਣਨੇ ਸੀ 3, ਜਿਹੜਾ ਕਿ ਇੱਕ ਹਿੰਦੂ ਕੌਮ ਨੇ ਲੈਣਾ ਸੀ, ਇੱਕ ਮੁਸਲਮਾਨਾਂ ਨੇ ਲੈਣਾ ਸੀ, ਤੇ ਤੀਜਾ ਜਿਹੜਾ ਸਿੱਖਾਂ ਨੇ ਲੈਣਾ ਸੀ। ਗੋਰਿਆਂ ਦੀ ਗੱਲ ਇਹਨਾਂ ਤਿੰਨਾਂ ਦੀ ਲੀਡਰਸ਼ਿਪ ਦੇ ਨਾਲ ਹੀ ਚੱਲੀ ਸੀ।
ਮੁਸਲਮਾਨਾਂ ਨੇ ਆਪ ਦੇ ਰਾਜ ਦੀ ਗੱਲ ਕੀਤੀ, ਆਪਣਾ ਲੈ ਗਏ, ਚੰਗਾ ਮਾੜਾ ਉਹਦੇ ਤੇ ਆਪਾਂ ਅੱਜ ਗੱਲ ਨਹੀਂ ਕਰਦੇ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਵੀ ਲੈ ਕੇ ਕੀ ਖੱਟਿਆ, ਉਹਦੇ ਵੀ ਬਹੁਤ ਸਾਰੀਆਂ ਗੱਲਾਂ ਆ, ਬੜਾ ਕੁਝ ਖੱਟਿਆ ਉਹਨਾਂ ਨੇ। ਹਿੰਦੂਆਂ ਨੇ ਆਪਣਾ ਰਾਜ ਲਿਆ, ਜਿਹੜੀ ਲੀਡਰਸ਼ਿਪ ਹੁੰਦੀ ਉਹਦੀ ਕੁਆਲਿਟੀ ਇੱਥੋਂ ਪਤਾ ਲੱਗਦੀ ਕਿ ਜਿਹੜਾ ਮੁਹੰਮਦ ਅਲੀ ਜਿਨਾਹ ਸੀ, ਜਿਹੜਾ ਮੁਸਲਿਮਸ ਨੂੰ ਲੀਡ ਕਰਦਾ ਪਿਆ ਸੀ, ਉਹ ਵੈਲ ਐਜੂਕੇਟਡ ਸੀ ਬੰਦਾ, ਔਰ ਉਹ ਪੋਲੀਟਿਕਸ ਦੀ ਬਹੁਤ ਡੂੰਘੀ ਸਮਝ ਰੱਖਦਾ ਸੀ। ਜਿਹੜੀ ਹਿੰਦੂ ਲੀਡਰਸ਼ਿਪ ਨੂੰ ਲੀਡ ਕਰ ਰਹੀ ਜਮਾਤ ਸੀ, ਉਹਨਾਂ ਨੇ ਉਹਨਾਂ ਸਮਿਆਂ 'ਚ, ਤੁਸੀਂ ਅੱਜ ਦੇਖੋ ਆਪਣੇ ਪਿੰਡਾਂ ਦੇ ਵਿੱਚ ਕੋਈ ਪੁਰਾਣਾ ਬਜ਼ੁਰਗ ਜਿਹਨੇ 5 ਜਾਂ 7 ਪੜ੍ਹੀਆਂ ਸੀ, ਉਹ ਜਿਹੜੇ ਅੱਜ ਦੇ PhD ਲੈਵਲ ਦੇ ਬੰਦੇ ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦੇ, ਇੰਨੇ ਸਿਆਣੇ ਬਜ਼ੁਰਗ ਆ ਉਹ, 5-7 ਕਲਾਸਾਂ ਪੜ੍ਹੀਆਂ ਵਾਲੇ। ਤੇ ਤੁਸੀਂ ਇਮੈਜਨ ਕਰੋ ਜਿਹੜੇ ਉਹਨਾਂ ਤੋਂ ਵੀ ਪੁਰਾਣੇ ਨਹਿਰੂ ਤੇ ਗਾਂਧੀ ਸੀ, ਉਹ ਉਸ ਟਾਈਮ ਦੇ ਉੱਤੇ ਬਾਹਰਲੀਆਂ ਕੰਟਰੀਆਂ 'ਚੋਂ ਆਕਸਫੋਰਡ ਯੂਨੀਵਰਸਿਟੀਆਂ ਦੇ ਵਿੱਚੋਂ ਉਹਨਾਂ ਨੇ ਲਾਅ ਕੀਤੇ ਹੋਏ ਸੀ, ਕਾਨੂੰਨ ਦੀਆਂ ਪੜ੍ਹਾਈਆਂ ਕੀਤੀਆਂ ਸੀ। ਗਾਂਧੀ ਧੋਤੀ ਲਾ ਕੇ ਬਹਿੰਦਾ ਸੀ, ਬੱਕਰੀ ਨਾਲ ਰੱਖਦਾ ਸੀ, ਪਰ ਉਹ ਵੈਲ ਐਜੂਕੇਟਡ ਸੀ। ਉਹ ਨਹਿਰੂ ਲਾਅ ਕੀਤਾ ਹੋਇਆ ਸੀ ਉਹਨੇ। ਪਰ ਦੂਜੇ ਪਾਸੇ ਜਿਹੜੀ ਸਿੱਖਾਂ ਨੂੰ ਲੀਡ ਕਰਦੀ ਜਮਾਤ ਸੀ, ਉਹ ਸਾਡੇ ਬੰਦੇ, ਕਿਉਂਕਿ ਕਈ ਵਾਰੀ ਅਸੀਂ ਗਾਲਾਂ ਕੱਢਣ ਲੱਗਿਆ ਵੀ ਕਿਸੇ ਨੂੰ ਮਿੰਟ ਨਹੀਂ ਲਾਉਂਦੇ, ਤੇ ਹੱਲਾਸ਼ੇਰੀ ਦੇ ਕੇ ਸਿਰੇ ਚਾੜਨ ਲੱਗਿਆ ਵੀ ਮਿੰਟ ਨਹੀਂ ਲਾਉਂਦੇ। ਮਾਸਟਰ ਤਾਰਾ ਸਿੰਘ ਹੁਣੀ ਖੋਟੇ ਨਹੀਂ ਸੀ, ਪੰਥ ਪ੍ਰਤੀ ਉਹਨਾਂ ਦੀ ਸੋਚ ਮਾੜੀ ਨਹੀਂ ਸੀ, ਪਰ ਇਹ ਗੱਲ ਸਾਨੂੰ ਮੰਨਣੀ ਪਊਗੀ ਕਿ ਉਹਨਾਂ ਕੋਲ ਪੋਲੀਟੀਕਲ ਸਮਝ ਦੀ ਬਹੁਤ ਘਾਟ ਸੀ, ਜਿਹੜੀ ਉਹਨਾਂ ਦੇ ਬਰਾਬਰ ਪੈਰਲਲ ਲੀਡਰਸ਼ਿਪ ਖੜੀ ਕੰਮ ਕਰਦੀ ਪਈ ਸੀ। ਉਹਨਾਂ ਨੇ ਸਾਡੀ ਲੀਡਰਸ਼ਿਪ ਨੂੰ ਵਰਗਲਾ ਕੇ ਉਹਨਾਂ ਨੂੰ ਇਹ ਸਮਝਾਇਆ ਵੀ ਆਪਾਂ 2 ਮੁਲਕ ਨਾ ਬਣਾਈਏ, ਇੱਕ ਬਣਾ ਕੇ ਇਕੱਠੇ ਰਹੀਏ, ਇਕੱਠ ਦੇ ਵਿੱਚ ਆਪਾਂ ਨੂੰ ਬਹੁਤ ਫਾਇਦਾ ਹੋਊਗਾ। ਉਹਨਾਂ ਨੇ ਜਿੱਦਾਂ ਕਿੱਦਾਂ ਸੀ ਲੋਲੋ ਪੋਪੋ ਕਰਕੇ ਉਹਨਾਂ ਨੂੰ ਪਤਿਆ ਲਿਆ, ਆਪਣੇ ਝਾਂਸੇ 'ਚ ਲੈ ਲਿਆ। ਉਸ ਲੀਡਰਸ਼ਿਪ ਦੇ ਨਾਲ ਸਿੱਖਾਂ ਨੇ ਆਪਣੀ ਕਿਸਮਤ ਗੰਢ ਲਈ। ਉਹਨਾਂ ਨੂੰ ਕਹਿ ਦਿੱਤਾ ਕਿ ਠੀਕ ਆ, ਆਪਾਂ ਇੱਕ ਮੁਲਕ ਦੇ ਵਿੱਚ ਸਾਰੇ ਜਾਣੇ ਰਾਜ ਕਰਾਂਗੇ। ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਕੋਲ ਪਰਟੀਕੂਲਰ, ਆਪਾਂ ਸਟੇਜਾਂ ਤੋਂ ਹਮੇਸ਼ਾ ਹੀ ਗੱਲ ਸੁਣਦੇ ਹਾਂ ਵੀ ਤੁਹਾਨੂੰ ਇੱਕ ਐਸਾ ਏਰੀਆ ਦਿੱਤਾ ਜਾਊਗਾ, ਖਿੱਤਾ ਦਿੱਤਾ ਜਾਊਗਾ ਜਿੱਥੇ ਦੇ ਟੋਟਲ ਫੈਸਲੇ, ਇਨਫੈਕਟ ਉਹਨਾਂ ਨੇ ਇਹ ਕਿਹਾ ਸੀ ਕਿ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਫੈਸਲਾ ਸਿੱਖਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਹੋਊਗਾ, ਸਿੱਖਾਂ ਦੀ ਸਹਿਮਤੀ ਤੋਂ ਬਗੈਰ ਨਹੀਂ ਹੋਊਗਾ। ਜਦ ਕਿ ਜਦੋਂ ਇਸ ਮੁਲਕ ਦਾ ਸੰਵਿਧਾਨ ਲਿਖਿਆ ਜਾਂਦਾ, ਸਿੱਖਾਂ ਨੇ ਆਪ ਦੀ ਅਸਹਿਮਤੀ ਜਤਾਈ, ਉਹਦੇ 'ਤੇ ਉਹਨਾਂ ਨੇ ਸਿਗਨੇਚਰ ਨਹੀਂ ਕੀਤੇ, ਉਹਦੇ ਬਾਵਜੂਦ ਉਹ ਸੰਵਿਧਾਨ ਪਾਸ ਹੁੰਦਾ, ਲਾਗੂ ਹੁੰਦਾ। ਉਸ ਸੰਵਿਧਾਨ ਲਾਗੂ ਹੋਣ ਦੇ ਮਾਹਿਜ਼ 5 ਸਾਲ ਬਾਅਦ 'ਚ ਸਿੱਖਾਂ ਨੂੰ ਇਹ ਤੋਹਫਾ ਦਿੱਤਾ ਜਾਂਦਾ, ਜਿਹੜਾ ਦਿਨ ਮਨਾਉਣ ਲਈ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ। ਇੱਥੇ ਹੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿੱਦਾਂ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ, 2 ਲੱਖ ਤੋਂ ਵੱਧ ਸ਼ਰਧਾਲੂ ਇਕੱਠਾ ਹੋਇਆ ਸੀ। 2 ਲੱਖ ਉਹਨਾਂ ਸਮਿਆਂ ਦੇ ਵਿੱਚ, 1955 ਦੇ ਵਿੱਚ। ਕਿੰਨੀ ਸੰਗਤ ਹੋਊਗੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਇੱਕ ਵੀ ਪਿੰਡ ਬਚਿਆ ਹੋਊਗਾ ਜਿੱਥੋਂ ਸੰਗਤ ਨਾ ਆਈ ਹੋਊਗੀ। ਤੇ 1955 ਦੇ ਵਿੱਚ ਭਾਰਤੀ ਸਟੇਟ, ਜਿਹਦੇ ਕੋਲ ਉਦੋਂ ਤੱਕ 5 ਸਾਲ 'ਚ ਉਹ ਰਾਜ ਭਾਗ ਦੇ ਮਾਲਕ ਬਣ ਚੁੱਕੇ ਸੀ, ਉਹਦੇ ਕੋਲ ਆਪ ਦੀ ਫੌਜ ਸੀ, ਆਪ ਦਾ ਮੀਡੀਆ ਸੀ, ਆਪ ਦੀ ਤਾਕਤ ਸੀ ਪੋਲੀਟੀਕਲ, ਪੂਰੀ ਦੀ ਪੂਰੀ ਜੋ ਰਿਸੋਰਸਿਸ ਸੀ ਉਹਨਾਂ ਕੋਲ ਆ ਚੁੱਕੇ ਸੀ। 5 ਸਾਲਾਂ ਬਾਅਦ ਹੀ ਉਹਨਾਂ ਨੇ ਆਪ ਦਾ ਉਹ ਚਿਹਰਾ ਦਿਖਾ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਸਾਬਤ ਕਰਤਾ ਸੀ ਕਿ ਇਸ ਮੁਲਕ 'ਚ ਸਿੱਖਾਂ ਦਾ ਕੁਛ ਨਹੀਂ, ਸਾਡੀ ਜੁੱਤੀ ਥੱਲੇ ਰਹੋਗੇ, ਸਾਡੇ ਆਰਡਰ ਥੱਲੇ ਰਹੋਗੇ, ਤੇ ਭਾਵੇਂ ਜਿੱਦਾਂ ਮਰਜ਼ੀ ਰਹੋ, ਪਰ ਸਿੱਖ ਬਣ ਕੇ ਅਣਖ ਦੀ ਗੱਲ ਕਰਕੇ, ਹੱਕ ਹਕੂਕ ਦੀ ਗੱਲ ਕਰਕੇ ਤੁਸੀਂ ਜੀਣਾ ਆ। ਤੇ ਆ ਚੱਕੋ ਤੁਹਾਨੂੰ ਤੋਹਫਾ। ਸਾਡੇ ਦਰਬਾਰ ਦੇ ਵਿੱਚ ਗੋਲੀਆਂ ਵੀ ਚੱਲੀਆਂ, ਦਰਬਾਰ ਸਾਹਿਬ ਦੇ ਵਿੱਚ ਅਥਰੂ ਗੈਸ ਦੇ ਗੋਲੇ ਵੀ ਸਿੱਟੇ, ਸਾਡੀਆਂ ਬੀਬੀਆਂ, ਭੈਣਾਂ, ਬੱਚਿਆਂ ਤੇ ਬਜ਼ੁਰਗਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਦੇ ਲੱਕ ਵੀ ਤੋੜੇ ਗਏ, ਸਿਰ ਵੀ ਪਾੜੇ ਗਏ, ਤੇ ਲਹੂ ਲੁਹਾਨ ਕਰਕੇ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਫੌਜ ਮਿੱਝ ਦੀ ਉਹਨਾਂ ਦੇ ਉੱਤੋਂ ਦੀ ਵੀ ਲੰਘ ਕੇ ਗਈ। ਲੱਖਾਂ ਦੀ ਗਿਣਤੀ 'ਚ ਸੰਗਤ ਬੈਠੀ ਸੀ। ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਫੌਜ ਨੂੰ ਦਰਬਾਰ ਸਾਹਿਬ 'ਚ ਨਹੀਂ ਐਂਟਰ ਹੋਣ ਦੇਣਾ, ਮੰਜੀ ਸਾਹਿਬ ਦੀਵਾਨ ਵਾਲੀ ਸਾਈਡ ਤੋਂ, ਸੰਗਤ ਨੇ ਉਹ ਰਾਸਤਾ ਬਲੌਕ ਕਰਤਾ ਬੈਠ ਕੇ, ਵੀ ਜਦੋਂ ਅਸੀਂ ਬੈਠੇ ਹੋਵਾਂਗੇ ਫੌਜ ਸਾਨੂੰ ਸਾਡੇ ਉੱਤੋਂ ਦੀ ਤਾਂ ਲੰਘ ਕੇ ਜਾ ਸਕਦੀ ਆ, ਪਰ ਉਹ ਪਰਿਕਰਮਾ 'ਚ ਜਾ ਕੇ ਸਾਡੇ ਗੁਰੂ ਘਰ ਦੇ ਗੁਰਧਾਮਾਂ ਦੀ ਪਵਿੱਤਰਤਾ ਨੂੰ ਭੰਗ ਨਹੀਂ ਕਰ ਸਕਦੀ। ਤੇ ਫੌਜ ਨੇ ਉੱਦਾਂ ਹੀ ਕੀਤਾ, ਪਹਿਲਾਂ ਅਥਰੂ ਗੈਸ ਦੇ ਗੋਲੇ ਛੱਡੇ, ਉਸ ਤੋਂ ਬਾਅਦ 'ਚ ਸੰਗਤ ਦੇ ਉੱਪਰ ਦੀ ਦੜ ਕਰਦੇ ਨਿਕਲੇ। ਉਹਨਾਂ ਨੇ ਡਾਂਗਾਂ ਵੀ ਬਣਾਈਆਂ, ਤੇ ਜਦੋਂ ਉੱਥੇ ਭਗਦੜ ਮਚੀ, ਜਿਹੜਾ ਥੱਲੇ ਆ ਗਿਆ ਮਿੱਧਿਆ ਉਹਨਾਂ ਨੇ। ਇਹ ਪਹਿਲਾ ਤੋਹਫਾ 1955 'ਚ ਸਿੱਖਾਂ ਨੂੰ ਦਿੱਤਾ ਗਿਆ, ਜਦੋਂ ਸਿੱਖਾਂ ਨੇ ਕਿਸੇ ਵੱਖਰੇ ਰਾਜ ਦੀ ਮੰਗ ਨਹੀਂ ਕੀਤੀ ਸੀ, ਕਿਸੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਕੋਈ 1955 'ਚ ਭਿੰਡਰਾਂ ਵਾਲਾ ਹਥਿਆਰ ਲੈ ਕੇ ਨਹੀਂ ਸੀ ਬੈਠਾ, ਕੋਈ ਸਿੱਖ ਉੱਥੇ ਹਥਿਆਰ ਤੋਪਾਂ ਟੈਂਕ ਲੈ ਕੇ ਨਹੀਂ ਸੀ ਬੈਠੇ, ਨਿਹੱਥੇ ਸੀ,
ਖਾਲੀ ਹੱਥੀ ਸੀ ਔਰ ਸਿੱਖਾਂ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀਗਾ ਕਿ ਉਹ ਤਾਕਤ, ਉਹ ਮੁਲਕ ਜਿਹਦੇ ਲਈ ਅਸੀਂ 90-95% ਜੇ ਚੰਦ ਸਾਲ ਪਹਿਲਾਂ ਸਿਰ ਦੇ ਕੇ ਹਟੇ ਆ, ਉਹੀ ਤਾਕਤ ਸਾਡੇ ਸਿਰਾਂ ਦੇ ਉੱਤੋਂ ਦੀ ਬੂਟ ਪਾ ਕੇ ਲੰਘ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰੇਗੀ। ਤੇ ਇਹ ਗੱਲ ਜਿਹੜੇ ਸਿੱਖ ਅੱਜ ਕਹਿੰਦੇ ਆ, ਜਿਹੜੇ ਆਪਣੇ ਹੀ ਭਰਾਵਾਂ 'ਚ ਕਿਤੇ ਨਾ ਕਿਤੇ ਨੁਕਸ ਲੱਭਦੇ ਆ, ਭਾਈ 1984 ਸ਼ਾਇਦ ਭਿੰਡਰਾਂ ਵਾਲਿਆਂ ਕਰਕੇ ਵਾਪਰੀ, ਸ਼ਾਇਦ ਖਾਲਿਸਤਾਨ ਦੇ ਕਰਕੇ ਵਾਪਰੀ, ਸ਼ਾਇਦ ਹਥਿਆਰਾਂ ਦੇ ਕਰਕੇ ਵਾਪਰੀ। ਇਹ ਆਪਦੇ ਦਿਮਾਗ 'ਚੋਂ ਕੀੜੇ ਕੱਢੋ ਤੇ 1955 ਨੂੰ ਯਾਦ ਕਰੋ, ਜਦੋਂ ਇਹਨਾਂ ਤਿੰਨਾਂ ਗੱਲਾਂ ਦੇ ਵਿੱਚੋਂ ਕੋਈ ਗੱਲ ਨਹੀਂ ਸੀ। ਗੱਲ ਸਿਰਫ ਤੇ ਸਿਰਫ ਇੰਨੀ ਆ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਦੇ ਨਹੀਂ ਪੈ ਸਕਦੀਆਂ, ਕਦੇ ਨਹੀਂ ਰਹਿ ਸਕਦੀਆਂ। ਇੱਥੇ ਰਾਜ ਜਾਂ ਤੇ ਬ੍ਰਾਹਮਣੀ ਸੋਚਦਾ ਹੋਏਗਾ, ਵਿਪਰ ਦੀ ਸੋਚਦਾ ਹੋਏਗਾ, ਜਾਂ ਗੁਰੂ ਨਾਨਕ ਦੀ ਉਮਤ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਹੋਏਗਾ। ਇਹ ਦੋ ਵਿਚਾਰਾਂ ਦੀ ਸਿਧਾਂਤਾਂ ਦੀ ਜੰਗ ਆ, ਜਿਹੜੀ ਜੰਗ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਲੈ ਕੇ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਨਾ ਕਰਤਾ ਉਦੋਂ ਤੋਂ ਸਟਾਰਟ ਹੋਈ ਆ। ਸ਼ਾਇਦ ਉਹ ਤੋਂ ਪਹਿਲਾਂ ਤੱਕ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਵੱਖਰੇਵੇਂ ਕੋਈ ਮਤਭੇਦ ਸੀ। 47 ਤੋਂ ਬਾਅਦ 1955 ਦੀ ਇਸ ਘਟਨਾ ਨੇ ਇਸ ਹਕੂਮਤ ਦਾ ਚਿਹਰਾ ਬਿਲਕੁਲ ਸਾਫ਼ ਕਰਕੇ ਰੱਖਤਾ। ਅੱਜ ਵੀ ਜਿਹੜੇ ਸਿੱਖਾਂ ਦੇ ਅੱਖਾਂ ਧੁੰਦਲਾਈਆਂ ਹੋਈਆਂ, ਉਹਨਾਂ ਨੂੰ ਮੈਂ ਚਾਹੂੰਗਾ ਕਿ ਜਿੱਦਾਂ ਸਟੇਟ ਨੇ 1955 ਦੇ ਦਿਨ ਨੂੰ ਦੱਬੀ ਰੱਖਿਆ, ਸਿੱਖਾਂ ਦੇ ਹਿਰਦਿਆਂ ਤੱਕ, ਉਹਨਾਂ ਦੇ ਚੇਨੀਅਤ ਤੱਕ, ਉਹਨਾਂ ਦੀ ਜੇਨੀਅਤ ਤੱਕ ਨਹੀਂ ਪਹੁੰਚਣ ਦਿੱਤਾ। ਪਿਛਲੇ ਸਾਲ ਪਹਿਲੀ ਵਾਰ ਗੁਰੂ ਦੀ ਬਖਸ਼ਿਸ਼ ਦੇ ਨਾਲ ਜਥੇਬੰਦੀ ਦੇ ਪਹਿਲੀ ਵਾਰ ਇਸ ਦਿਨ ਨੂੰ ਮਨਾਇਆ 1955 ਤੋਂ ਬਾਅਦ। ਇਹ ਦਿਨ ਸਿੱਖਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ। ਬਹੁਤ ਸਾਰੀ ਕੌਮ ਦੇ ਵਿੱਚ ਇੱਦਾਂ ਦੀ ਅਵੇਅਰਨੈਸ ਨਹੀਂ ਸੀ, ਲੋਕਾਂ ਨੂੰ ਨਹੀਂ ਪਤਾ ਸੀ ਕਿ 1984 ਤੋਂ ਪਹਿਲਾਂ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ। ਇਹ ਗੁਰੂ ਦੀ ਬਖਸ਼ਿਸ਼, ਉਹਦਾ ਸਦਕਾ ਪਿਛਲੇ ਸਾਲ ਪਹਿਲੀ ਵਾਰ ਅਸੀਂ ਇਸ ਦਿਨ ਨੂੰ ਮਨਾਇਆ ਸੀ, ਇਹ ਦੂਜੀ ਵਾਰ ਆਪਾਂ ਮਨਾ ਰਹੇ ਹਾਂ। ਔਰ ਅਗਲੇ ਸਾਲ ਗੁਰੂ ਸਾਹਿਬ ਕਿਰਪਾ ਕਰਨ ਇਹ ਦਿਨ ਪੂਰੀ ਦੁਨੀਆ 'ਚ ਮਨਾਇਆ ਜਾਊਗਾ। ਔਰ ਅਸੀਂ ਸਾਰੇ ਪੰਥ ਨੂੰ ਇਹ ਬੇਨਤੀ ਤੇ ਅਪੀਲ ਵੀ ਕਰਦੇ ਹਾਂ ਕਿ ਇਸ ਦਿਨ ਨੂੰ ਜੂਨ 1984 ਦੀ ਤਰ੍ਹਾਂ ਹੀ ਮਨਾਇਆ ਜਾਵੇ, ਕਿਉਂਕਿ ਇਹ ਉਹ ਦਿਨ ਆ ਜਿਹੜੇ ਸਾਡਾ ਤੇ ਸਾਡੇ ਦੁਸ਼ਮਣ ਦਾ ਬਿਲਕੁਲ ਚਿਹਰਾ ਸਾਫ਼ ਕਰਦੇ ਆ। ਨਹੀਂ ਤਾਂ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਰਹੀ ਆ, ਉਹਨਾਂ ਨੂੰ ਆਪਣਾ ਦੁਸ਼ਮਣ ਕਲੀਅਰ ਨਹੀਂ ਹੋ ਰਿਹਾ। ਵਿਚਾਰਾਂ ਬਹੁਤ ਨੇ, ਪਰ ਸਮੇਂ ਦੀ ਘਾਟ ਹੋਣ ਕਰਕੇ ਮੈਂ ਆਪ ਦੀ ਗੱਲ ਨੂੰ ਇੱਥੇ ਤੱਕ ਹੀ ਰੱਖਦਾ, ਕਿਉਂਕਿ ਜਿਹੜੀ ਅਗਲੀ ਵਿਚਾਰ ਆ, ਅੱਗੇ ਕੀ ਹੋਇਆ, ਉਹਦੇ ਲਈ ਸਾਡੇ ਕੋਲ ਬਹੁਤ ਸਾਰੇ ਬੁਲਾਰੇ ਆ, ਉਹ ਗੱਲ ਨੂੰ ਅੱਗੇ ਹੋਰ ਖੋਲ੍ਹ ਕੇ ਸੰਗਤ ਤੱਕ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।